ਚਲੋ ਆਪਣਾ ਪੰਜਾਬ ਦੇ ਸਰੋਤਿਆਂ ਨੂੰ ਸੁਭਾਸ਼ ਸ਼ਰਮਾ ਦਾ ਨਮਸਕਾਰ, ਆਦਾਬ ਤੇ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ ਸਿਹਤ ਤੇ ਸੰਭਾਲ, ਔਰ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਚੰਡੀਗੜ੍ਹ ਤੋਂ ਡਾਕਟਰ SS ਮੁਦਗਲ ਨੇ, ਜਿਹੜੇ ਕਿ ਬੜੇ ਹੀ ਵਿਦਵਾਨ ਤੇ ਬੜੇ ਹੀ ਸੂਝਵਾਨ ਪਰਸਨੈਲਿਟੀ ਨੇ। ਪਹਿਲਾਂ ਆਓ ਉਹਨਾਂ ਦਾ ਸਵਾਗਤ ਕਰੀਏ। ਡਾਕਟਰ ਸਾਹਿਬ ਨਮਸਕਾਰ। ਨਮਸਕਾਰ ਜੀ ਸੁਭਾਸ਼ ਜੀ, ਨਮਸਕਾਰ। ਡਾਕਟਰ ਸਾਹਿਬ, ਅੱਜ ਕਿਹੜੇ ਵਿਸ਼ੇ ਤੇ ਤੁਸੀਂ ਪ੍ਰੋਗਰਾਮ ਰੱਖਣਾ ਚਾਹੋਗੇ? ਅਸੀਂ ਅੱਜ ਕਰ ਰਹੇ ਹਾਂ ਇਨਫਰਟੀਲਿਟੀ, ਬਾਂਝਪਨ। ਠੀਕ, ਬਾਜਪਨ। ਸਰੋਤਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜੇ ਬੜਾ ਹੀ ਇੰਪੋਰਟੈਂਟ ਟੌਪਿਕ ਹੈ ਅੱਜ ਦਾ, ਇਨਫਰਟੀਲਿਟੀ ਐਂਡ ਜਿਹਨੂੰ ਕਹਿੰਦੇ ਪੰਜਾਬੀ 'ਚ ਅਸੀਂ ਬਾਜਪਨ ਕਹਿੰਦੇ ਹਾਂ, ਜਿਹਦਾ ਕਿ ਮਨੁੱਖ ਦੀ ਉੱਤੇ ਔਰ ਸਮਾਜ ਦੇ ਉੱਤੇ ਬੜਾ ਹੀ ਮਨੋਵਿਗਿਆਨਕ ਪ੍ਰਭਾਵ ਪੈਂਦਾ ਹੈ, ਕਿਉਂਕਿ ਅਸੀਂ ਹਮੇਸ਼ਾ ਹੀ ਔਲਾਦ ਦੇ ਚਾਹਵਾਨ ਹੁੰਦੇ ਹਾਂ। ਔਰ ਖਾਸ ਕਰਕੇ ਜਿਹੜੀ ਔਰਤ ਬਾਝ ਹੁੰਦੀ ਹੈ ਜਾਂ ਇਨਫਰਟਿਲਟ ਹੁੰਦੀ ਹੈ ਔਰ ਬੱਚਾ ਪੈਦਾ ਨਹੀਂ ਕਰ ਸਕਦੀ, ਉਹਦੇ ਉੱਤੇ ਇਹਦਾ ਮਾਨਸਿਕ ਤੌਰ ਤੇ ਬੜਾ ਹੀ ਪ੍ਰਭਾਵ ਪੈਂਦਾ ਹੈ, ਔਰ ਸਮਾਜਿਕ ਤੌਰ ਤੇ ਵੀ ਕਈ ਤਰੁੱਟੀਆਂ ਪੈਦਾ ਹੁੰਦੀਆਂ ਨੇ, ਔਰ ਕਈ ਪਰਿਵਾਰ ਵੀ ਟੁੱਟ ਜਾਂਦੇ ਨੇ। ਔਰ ਇਸੇ ਹੀ ਖਾਸ ਦੀ ਖਾਤਰ ਕਈ ਲੋਕ, ਕਈ ਪਰਿਵਾਰ ਜਾਂ ਔਰਤਾਂ ਬਾਬਿਆਂ ਕੋਲ, ਸੰਤਾਂ ਕੋਲ ਪੂਜਾ ਕਰਨ ਵਾਸਤੇ ਜਾਂ ਪਾਕ ਕਰਨ ਵਾਸਤੇ ਜਾਂ ਤਵੀਤ ਲੈਣ ਵਾਸਤੇ ਚਲੇ ਜਾਂਦੇ ਨੇ, ਜਦ ਕਿ ਇਹ ਸਾਰਾ ਹੀ ਸਾਇੰਟੀਫਿਕ ਰੀਜ਼ਨ ਆ। ਇਹ ਕੋਈ ਨੈਚੁਰਲ ਕਾਰਨ ਹੁੰਦੇ ਨੇ ਜਿਹੜੀ ਕਿ ਇਹ ਕਮੀ ਪੇਸ਼ੀ ਔਰਤ ਵਿੱਚ ਹੁੰਦੀ ਹੈ। ਅਸੀਂ ਡਾਕਟਰ ਸਾਹਿਬ ਕੋਲੋਂ ਆਪਾਂ ਡਿਟੇਲ 'ਚ ਇਹਦਾ ਸਾਇੰਟੀਫਿਕ ਜਿਹੜਾ ਹੁੰਦਾ ਮੈਡੀਕਲੀ ਇਹਦਾ ਰੀਜ਼ਨ ਜਿਹੜਾ ਆ ਉਹ ਪੁੱਛਾਂਗੇ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਅਸੀਂ ਸਾਇੰਸ ਦੇ ਯੁੱਗ 'ਚ ਰਹਿ ਰਹੇ ਹਾਂ, ਬਾਬਿਆਂ ਦੇ ਜਾਂ ਉਹਨਾਂ ਭੇਤ ਭੂਤਾਂ ਦੇ ਯੁੱਗ 'ਚ ਨਹੀਂ ਰਹਿ ਰਹੇ। ਇਸ ਕਰਕੇ ਬੜਾ ਹੀ ਇੱਕ ਅਹਿਮ ਮੁੱਦਾ ਆ ਜਿਹਦਾ ਇਲਾਜ ਵੀ ਹੋ ਸਕਦਾ ਆ ਜਾਂ ਨਹੀਂ ਹੋ ਸਕਦਾ, ਇਹ ਡਾਕਟਰ ਸਾਹਿਬ ਦੱਸਣਗੇ। ਡਾਕਟਰ ਸਾਹਿਬ, ਜਿਹੜੀ ਇਹ ਇਨਫਰਟਿਲਿਟੀ ਆ ਜਾਂ ਜਿਹਨੂੰ ਬਾਝਪਨ ਆਪਾਂ ਕਹਿੰਦੇ ਆ, ਇਹਦੇ ਕੀ ਰੀਜ਼ਨ ਨੇ, ਇਹਦਾ ਕੀ ਕਾਰਨ ਹੁੰਦਾ? ਇਹ ਕੋਈ ਕੁਦਰਤੀ ਹੁੰਦਾ ਆ ਜਾਂ ਕੋਈ ਗਲਤੀਆਂ ਕੀਤੀਆਂ ਹੁੰਦੀਆਂ ਇਨਸਾਨ ਨੇ ਜਿਹਦੀ ਵਜ੍ਹਾ ਨਾਲ ਇਹ ਜਿਹੜੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ? ਡਾਕਟਰ ਸਾਹਿਬ ਪਹਿਲਾਂ ਤੇ ਸਾਰੇ ਸਰੋਤਾ ਦਰਸ਼ਕਾਂ ਨੂੰ ਮੇਰੇ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਸੁਭਾਸ਼ ਜੀ, ਪਹਿਲਾਂ ਤਾਂ ਅਸੀਂ ਇਹ ਸਮਝਦੇ ਹਾਂ ਕਿ ਇਹ ਬਾਂਝਪਨ ਜਾਂ ਇਨਫਰਟੀਲਿਟੀ ਹੁੰਦੀ ਕੀ ਹੈ। ਇਹ ਅਸੀਂ ਮੰਨਦੇ ਹਾਂ ਕਿ ਬਈ 35 ਸਾਲ ਤੱਕ ਜੇਕਰ ਕੋਈ ਕਿਉਂਕਿ ਇਹ ਤਾਂ ਤੁਸੀਂ ਜਾਣਦੇ ਹੋ ਕਿ ਬਈ ਇਹਦੇ ਵਿੱਚ ਮੇਲ ਦਾ ਰੋਲ ਥੋੜਾ ਹੁੰਦਾ ਹੈ, ਜ਼ਿਆਦਾ ਰੋਲ ਤੇ ਫੀਮੇਲ ਦਾ ਹੀ ਹੁੰਦਾ ਹੈ ਕਿ ਬਈ ਬੱਚਾ ਤਾਂ ਉਹਨੇ ਹੀ ਪੈਦਾ ਕਰਨਾ। ਤੇ ਜਦ ਬੱਚਾ ਯਾਨੀ ਕਿ 35 ਸਾਲ ਦੀ ਕੋਈ ਮਹਿਲਾ ਹੋ ਜਾਂਦੀ ਹੈ ਤੇ 1.5 ਸਾਲ ਤੱਕ ਉਹ ਦੋਨੋਂ ਮੀਆਂ ਬੀਬੀ ਆ ਜਿਹੜੇ ਪਾਰਟਨਰ ਨੇ ਉਹ ਕੋਸ਼ਿਸ਼ ਵੀ ਕਰਦੇ ਨੇ ਤੇ ਬੱਚੇ ਨਹੀਂ ਹੁੰਦੇ। ਘੱਟੋ ਘੱਟ 1.5 ਸਾਲ ਤੇ 2 ਸਾਲ ਦੇ ਬਾਅਦ ਅਸੀਂ ਇਹ ਸੋਚਦੇ ਹਾਂ ਕਿ ਬਈ ਇਹਨਾਂ ਨੂੰ ਇਨਫਰਟੀਲਿਟੀ ਜਾਂ ਬਾਂਝਪਨ ਦੀ ਪ੍ਰੋਬਲਮ ਹੈ। ਉਸ ਤੋਂ ਪਹਿਲਾਂ ਨਹੀਂ ਸੋਚਦੇ ਕਿ ਬਈ ਵਿਆਹ ਹੋਇਆ ਤੇ 6 ਮਹੀਨੇ ਬਾਅਦ ਹੀ ਸੋਚਣ ਲੱਗ ਜਾਈਏ ਕਿ ਵੀ ਕਿਉਂ ਨਹੀਂ ਹੋਇਆ। ਤੇ ਉਹਦੇ ਕਾਰਨ ਤਾਂ ਅਸੀਂ ਦੱਸਾਂਗੇ, ਪਰ ਪਹਿਲਾਂ ਤੇ ਇਹ ਹੈ। ਦੂਜਾ ਇਹ ਹੈ ਕਿ ਇਹ ਬਾਂਝਪਨ ਜਿਹੜਾ ਹੈ ਕੇਵਲ ਮਹਿਲਾ ਦੀ ਪ੍ਰੋਬਲਮ ਨਹੀਂ ਹੈਗੀ, ਯਾਨੀ ਲੇਡੀ ਦੀ ਪ੍ਰੋਬਲਮ ਨਹੀਂ ਹੈਗੀ, ਇਹ ਪੁਰਸ਼ਾਂ ਕਰਕੇ ਵੀ ਹੁੰਦੀ ਹੈ। ਯਾਨੀ ਇਹ ਜਿਹੜਾ ਬਾਂਝਪਨ ਹੈ ਇਹ ਦੋਨਾਂ ਦਾ ਬਰਾਬਰ ਹੁੰਦਾ ਹੈ। ਕਿ ਸਾਡੇ ਸੋਧ ਵਿੱਚ ਇਹ ਪਤਾ ਲੱਗਿਆ ਕਿ ਬਈ 35% ਕਾਰਨ ਤੇ ਹੁੰਦਾ ਹੈ ਔਰਤਾਂ ਵਿੱਚ, ਤੇ ਇੰਨਾ ਹੀ ਹੁੰਦਾ ਹੈ ਬੰਦਿਆਂ ਵਿੱਚ, ਆਦਮੀਆਂ ਵਿੱਚ 35%। ਯਾਨੀ ਜੇਕਰ ਅਸੀਂ ਇਹ ਸੋਚੀਏ ਕਿ ਬਈ ਕਮੀ ਕਿਹਦੇ ਵਿੱਚ ਹੈਗੀ, ਦੋਸ਼ ਨਹੀਂ ਕਹਿੰਦੇ ਅਸੀਂ ਇਹਨੂੰ ਕਿ ਬਈ ਕਮੀ ਕਿਸ ਕਰਕੇ ਹੈਗੀ, ਤੇ 35% 35% ਤੇ ਲੇਡੀ 35% ਹੀ ਇਹਦੇ ਜ਼ਿੰਮੇਵਾਰ ਪੁਰਸ਼ ਹੁੰਦੇ ਨੇ। ਤੇ 30% ਕੇਸ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਸਾਨੂੰ ਕੋਈ ਕਾਰਨ ਨਾ ਤੇ ਲੇਡੀ ਵਿੱਚ ਮਿਲਦਾ ਹੈ ਨਾ ਬੰਦੇ ਵਿੱਚ ਮਿਲਦਾ ਹੈ, ਫਿਰ ਵੀ ਜਿਹੜਾ ਹੈ ਉਹ ਬੱਚੇ ਪੈਦਾ ਨਹੀਂ ਹੁੰਦੇ, ਯਾਨੀ ਬਾਂਝਪਨ ਰਹਿੰਦਾ ਹੈ। ਯਾਨੀ ਕਿ 30% ਕਾਰਨ ਇਹੋ ਜਿਹੇ ਵੀ ਹੁੰਦੇ ਕਿ ਦੋਨੇ ਠੀਕ ਹੁੰਦੇ ਨੇ, ਸਾਰੇ ਟੈਸਟ ਠੀਕ ਨੇ, ਦੇ ਵੀ ਤੇ ਕੁੜੀ ਦੇ ਵੀ, ਤੇ ਫਿਰ ਵੀ ਬੱਚੇ ਨਹੀਂ ਹੋ ਰਹੇ। ਤੇ ਇਹਦਾ ਕਾਰਨ ਸਾਨੂੰ ਪਤਾ ਨਹੀਂ ਲੱਗਦਾ।
ਇਹ ਯਾਨੀ ਕੋਈ ਜ਼ਰੂਰੀ ਨਹੀਂ ਕਿ ਵੀ ਹਾਂ ਕੋਈ ਕਾਰਨ ਹੀ ਹੋਏ ਤਾਂ ਹੀ ਬਾਂਝਪਣ ਹੈ। ਸਮ ਟਾਈਮ ਇਟ ਇਜ਼ ਨੇਚਰਸ ਔਨ, ਯਾਨੀ ਕਿ ਇੰਟਰਸਟ ਕਿ ਉਹ ਨਹੀਂ ਪੈਦਾ ਕਰਨਾ ਚਾਹੁੰਦੀ। ਇਸ ਕਰਕੇ ਅਸੀਂ ਠੀਕ ਇਹ ਨਹੀਂ ਕਹਿ ਸਕਦੇ ਕਿ ਵੀ ਸਾਰੇ ਕਾਰਨ ਸਾਨੂੰ ਪਤਾ ਹੈ, ਪਰ ਇਹ ਜ਼ਰੂਰੀ ਹੈ ਕਿ ਵੀ ਸਿਰਫ ਮਹਿਲਾ ਨੂੰ, ਲੇਡੀ ਨੂੰ, ਕੁੜੀ ਨੂੰ ਦੋਸ਼ੀ ਠਹਿਰਾਉਣਾ ਇਹ ਬਹੁਤ ਗਲਤ ਗੱਲ ਹੈ ਜੋ ਆਮ ਤੌਰ ਤੇ ਸਮਾਜ ਵਿੱਚ ਹੁੰਦੀ ਹੈ। ਇਹ ਬਰਾਬਰ ਦਾ ਬਿਲਕੁਲ ਠੀਕ ਹਿੱਸਾ ਬਾਂਝਪਣ ਵਿੱਚ ਬੰਦੇ ਦਾ ਵੀ ਤੇ ਲੇਡੀ ਦਾ ਵੀ। ਇਹ ਸਮਝ ਲੈਣਾ ਚਾਹੀਦਾ ਠੀਕ ਹੈ ਸਾਡੇ ਸਮਾਜ ਨੂੰ ਕਿ ਵੀ ਇਹ ਨਹੀਂ, ਅਸੀਂ ਸਭ ਤੋਂ ਪਹਿਲਾਂ ਪੁਰਸ਼ ਬਾਂਝਪਣ ਦੇ ਯਾਨੀ ਬੰਦੇ ਦੇ ਬਾਂਝਪਣ ਦੇ ਕਾਰਨ ਦੇਖਾਂਗੇ, ਉਹਦੇ ਬਾਅਦ ਅਸੀਂ ਲੇਡੀਜ਼ ਤੇ ਆਵਾਂਗੇ। ਅਦਰਵਾਈਜ਼ ਤਾਂ ਲੇਡੀਜ਼ ਫਸਟ ਠੀਕ ਹੁੰਦਾ ਹੈ, ਪਰ ਇੱਥੇ ਕਿਉਂਕਿ ਲੇਡੀਜ਼ ਨੂੰ ਦੋਸ਼ੀ ਸਮਝਿਆ ਜਾਂਦਾ ਹੈ ਤੇ ਮੈਂ ਇਹ ਸਮਝਦਾ ਕਿ ਪਹਿਲਾਂ ਮੈਂ ਪੁਰਸ਼ ਬਾਂਝਪਣ ਦੇ ਕਾਰਨ ਦੱਸਾਂ। ਅਸੀਂ ਕਹਿੰਦੇ ਨਾ ਕਿ ਠੀਕ ਵੀ ਅਸੀਂ ਠੀਕ ਦੋਵੇਂ ਭਰਾ ਬੈਠੇ ਨੇ, ਪੁਰਸ਼ ਨੇ, ਤੇ ਜੇਕਰ ਅਸੀਂ ਪਹਿਲਾਂ ਲੇਡੀਜ਼ ਦੀ ਗੱਲ ਕਰਾਂਗੇ ਤਾਂ ਕਹਿਣਗੇ ਵੀ ਇਹ ਤਾਂ ਪਿੱਛੇ ਪਏ ਹੋਏ ਨੇ। ਤੇ ਫਿਰ ਉਸ ਤਰ੍ਹਾਂ ਵੀ ਮੈਂ ਚਾਹੁੰਦਾ ਕਿ ਵੀ ਠੀਕ ਠੀਕ ਸਮਾਜ ਵਿੱਚ ਇਹ ਜਾਗਰਤੀ ਫੈਲੇ ਕਿ ਵੀ ਪੁਰਸ਼ ਵੀ ਇਹਦਾ ਕਾਰਨ ਹੋ ਸਕਦਾ ਬਾਂਝਪਣ ਦਾ, ਇਹ ਨਹੀਂ ਕਿ ਸਿਰਫ ਕੁੜੀ ਹੁੰਦੀ ਹੈ। ਹੁਣ ਠੀਕ ਪੁਰਸ਼ ਹੁੰਦੇ ਇੱਕ ਤਾਂ ਹੈਰੀਡਿਟਰੀ ਹੁੰਦਾ, ਦੂਜਾ ਜਿਹੜਾ ਹੈ ਕਿ ਅੱਛਾ ਉਸਦੇ ਜਿਹੜੀ ਟੈਸਟਿਸ ਨੇ, ਅੰਡਕੋਸ਼ ਨੇ, ਉਹਨਾਂ ਵਿੱਚ ਕੋਈ ਗੜਬੜ ਹੋਏ। ਉਹ ਗੜਬੜ ਵੀ ਮੈਂ ਦੱਸਾਂਗਾ ਠੀਕ ਅੱਗੇ ਚੱਲ ਕੇ ਵੀ ਕੀ ਹੁੰਦੀ। ਫਿਰ ਉਹਨਾਂ ਨੂੰ ਡਾਇਬਟੀਜ਼ ਹੋ ਸਕਦੀ ਹੈ, ਅੱਜ ਠੀਕ ਕੱਲ ਤਾਂ ਬਹੁਤ ਛੋਟੀ ਉਮਰ ਵਿੱਚ ਡਾਇਬਟੀਜ਼। ਫਿਰ ਐਸਟੀਜ਼ ਯਾਨੀ ਸੈਕਸੁਅਲੀ ਟ੍ਰਾਂਸਮਿਟਡ ਡਿਜ਼ੀਜ਼, ਜਿਸ ਤਰ੍ਹਾਂ ਕਲੈਮੀਡੀਆ, ਗਨੋਰੀਆ, ਇਸ ਤਰ੍ਹਾਂ। ਕਈ ਵਾਰੀ ਬਚਪਨ ਵਿੱਚ ਜਿਹੜਾ ਹੁੰਦਾ ਹੈ ਕਈ ਬਿਮਾਰੀਆਂ, ਸਪੈਸ਼ਲੀ ਡਿਫਥੀਰੀਆ, ਕੰਠਮਾਲਾ ਜਿਹਨੂੰ ਕਹਿੰਦੇ ਨੇ, ਹੂੰ ਉਹ ਜੇਕਰ ਹੋ ਜਾਏ ਤਾਂ ਵੀ ਇਹ ਜਿਹੜੇ ਨੇ ਸਪਰਮ ਬਣਨੇ ਬੰਦ ਹੋ ਜਾਂਦੇ ਨੇ। ਇਹ ਦੋਨਾਂ ਪਾਸੇ ਹੁੰਦਾ ਹੈ, ਔਰਤਾਂ 'ਚ ਜ਼ਿਆਦਾ ਹੁੰਦਾ ਹੈ ਇਸ ਦਾ ਡੀਪੀਟੀ ਦਾ, ਇਸ ਕਰਕੇ ਉਹਦਾ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ ਬਚਪਨ ਵਿੱਚ। ਤੇ ਉਹਦੇ ਬਾਅਦ ਕੀ ਠੀਕ ਹੁੰਦਾ ਹੈ ਕਿ ਕਈ ਵਾਰੀ ਬੰਦੇ ਨੂੰ ਕਈ ਸੈਕਸੁਅਲ ਪ੍ਰੋਬਲਮ ਹੁੰਦੀ ਹੈ, ਬਈ ਜਿਵੇਂ ਪਹਿਲਾਂ ਜਿਸ ਹੂੰ ਤਰ੍ਹਾਂ ਅਸੀਂ ਡਿਸਕਸ ਕੀਤਾ ਸੀ ਕਿ ਇਰੈਕਸ਼ਨ ਦੀ ਪ੍ਰੋਬਲਮ ਹੁੰਦੀ ਹੈ, ਫਿਰ ਸਿਸਟਿਕ ਹੂੰ ਫਾਈਬਰੋਸਿਸ ਹੁੰਦੀ ਹੈ, ਫਿਰ ਕੋਈ ਚੋਟ ਲੱਗ ਸਕਦੀ ਹੈ। ਫਿਰ ਕਈ ਵਾਰੀ ਕੀ ਹੁੰਦਾ ਹੈ ਕਿ ਹੂੰ ਕਈ ਜਿਹੜੀ ਸਾਡੇ ਕੰਮ ਹੁੰਦੇ ਆ, ਜਿਸ ਤਰ੍ਹਾਂ ਸਾਈਕਲਿੰਗ ਹੈ, ਇਸੇ ਤਰ੍ਹਾਂ ਜਿਹੜਾ ਗਰਮੀ ਵਿੱਚ ਕੰਮ ਕਰਨਾ ਹੈ, ਬਈ ਬਹੁਤ ਇਸ ਤਰ੍ਹਾਂ ਦੀ ਫੈਕਟਰੀਆਂ ਵਿੱਚ ਕੰਮ ਕਰਦੇ ਨੇ ਜਿੱਥੇ ਬਹੁਤ ਗਰਮੀ ਹੁੰਦੀ ਹੈ, ਤੇ ਠੀਕ ਉੱਥੇ ਵੀ ਇਹ ਗੜਬੜ ਹੋ ਜਾਂਦੀ ਹੈ। ਕਈ ਵਾਰੀ ਕੀ ਹੁੰਦੇ ਕਿ ਜਿਹੜੀ ਸਿਗਰਟ ਜਿਹੜੀ ਹੈ, ਉਹ ਮੈਂ ਬਹੁਤ ਵਾਰੀ ਦੱਸਿਆ ਕਿ ਬਹੁਤ ਸਾਰੀ ਬਿਮਾਰੀਆਂ ਦਾ ਕਾਰਨ ਬਣਦੀ ਹੈ ਸਮੋਕਿੰਗ। ਉਹ ਨਹੀਂ, ਠੀਕ ਇਸੇ ਤਰ੍ਹਾਂ ਫਿਰ ਕਈ ਖਿਲਾੜੀ ਹੁੰਦੇ ਜਿਹੜੇ ਐਨਾਬੋਲਿਕ ਸਟੀਰਾਇਡ ਲੈਂਦੇ ਨੇ। ਤੁਸੀਂ ਪੜ੍ਹਿਆ ਹੋਣਾ ਕਿ ਬਈ ਕਈ ਵਾਰੀ ਹੁਣ ਤਾਂ ਟੈਸਟਿੰਗ ਹੋਣ ਲੱਗੀ, ਕੱਢਣ ਲੱਗੇ, ਹੋਰ ਵੀ ਸ਼ਰਾਬ, ਮਾਰੀਜੁਆਨਾ, ਜਿਹੜੇ ਜਿਸ ਤਰ੍ਹਾਂ ਦੀ ਚੀਜ਼ਾਂ ਨੇ ਨਾ, ਉਹ ਵੀ। ਕਈ ਵਾਰੀ ਕੈਂਸਰ ਹੂੰ ਜਿਹੜਾ ਹੁੰਦਾ ਹੈ ਉਹਦੇ ਵਿੱਚ ਅਸੀਂ ਕੀਮੋਥੈਰੇਪੀ ਦਿੰਦੇ ਹਾਂ ਜਾਂ ਅਸੀਂ ਰੇਡੀਓਥੈਰੇਪੀ ਦਿੰਦੇ ਹਾਂ, ਉਹ ਵੀ ਪ੍ਰਭਾਵਿਤ ਕਰਦੇ ਆ ਸ਼ੁਕਰਾਣੂ ਦੀ ਉਸ ਵਿੱਚ। ਤੇ ਇਹ ਚੀਜ਼ਾਂ ਬਹੁਤ ਠੀਕ ਜ਼ਰੂਰੀ ਹੈ ਕਿ ਸਾਨੂੰ ਇੱਕ ਬਹੁਤ ਵੱਡਾ ਕਾਰਨ ਅੱਜ ਕੱਲ੍ਹ ਵੇਖਿਆ ਜਾ ਰਿਹਾ ਹੈ ਕਿ ਜਿਹੜਾ ਮੋਬਾਈਲ ਫੋਨ ਹੈ, ਸੈੱਲ ਫੋਨ, ਉਹ ਅਸੀਂ ਜੇਕਰ ਹੂੰ ਸਕਰੋਟਮ ਦੇ ਆਸ-ਪਾਸ ਜਿਸ ਤਰ੍ਹਾਂ ਜੇਬ ਵਿੱਚ ਰੱਖਦੇ ਨੇ ਤਾਂ ਰੇਡੀਏਸ਼ਨ ਨਾਲ ਉਹਦੀ ਸਪਰਮ ਘਟ ਜਾਂਦੇ ਨੇ। ਇਹ ਮੈਂ ਆਪਣੀ ਅੱਛਾ ਪ੍ਰੈਕਟਿਸ ਵਿੱਚ ਦੇਖਿਆ ਕਿ ਮੈਂ ਉਹਨਾਂ ਨੂੰ ਬੰਦ ਕਰਤਾ ਤੇ ਘਟੇ ਹੋਏ ਸਪਰਮ 2-3 ਮਹੀਨਿਆਂ ਬਾਅਦ ਹੀ ਨਾਰਮਲ ਆ ਗਏ। ਇਹ ਬਹੁਤ ਜ਼ਰੂਰੀ ਹੈ। ਇੱਕ ਤਾਂ ਗਰਮੀ ਹੁੰਦੀ ਹੈ, ਠੀਕ ਯਾਨੀ ਜਿਸ ਤਰ੍ਹਾਂ ਘੰਟੀ ਆ ਗਈ ਗਰਮ, ਦੂਜਾ ਜਿਹੜਾ ਰੇਡੀਏਸ਼ਨ ਹੈ ਨਾ, ਉਹਦਾ ਵੀ ਪ੍ਰਭਾਵ ਪੜਦਾ ਹੈ ਤੇ ਹੂੰ ਇਹਦਾ ਸੈੱਲ ਫੋਨ ਦਾ। ਇਹ ਬਹੁਤ ਜ਼ਰੂਰੀ, ਇਹ ਦੋਨਾਂ ਵਿੱਚ ਹੈ। ਠੀਕ ਹੁਣ ਅਸੀਂ ਆਉਂਦੇ ਨੇ ਅੱਛਾ ਮਹਿਲਾਵਾਂ ਵਿੱਚ ਬਾਂਝਪਣ ਦੇ ਕਾਰਨ। ਉਹਨਾਂ ਵਿੱਚ ਇੱਕ ਤਾਂ ਠੀਕ ਓਵਰੀ ਦਾ ਹੁੰਦਾ ਹੈ। ਓਵਰੀ ਵਿੱਚ ਕੀ ਹੂੰ ਹੁੰਦਾ ਹੈ ਕਿ ਕਈ ਵਾਰੀ ਪੋਲੀਸਿਸਟਿਕ ਓਵਰੀ ਸਿੰਡਰੋਮ ਹੋ ਜਾਂਦਾ ਹੈ, ਜਿਸ ਵਿੱਚ ਹਾਰਮੋਨਲ ਡਿਜ਼ੀਜ਼, ਹਾਰਮੋਨਲ ਉੱਥੇ ਵੀ ਹੋ ਸਕਦੀ ਪੁਰਸ਼ਾਂ ਵਿੱਚ ਵੀ, ਪਰ ਇੱਥੇ ਜ਼ਿਆਦਾ ਪ੍ਰੋਬਲਮ ਠੀਕ ਕ੍ਰੀਏਟ ਕਰਦੀ। ਤੇ ਥਾਇਰਾਇਡ ਠੀਕ ਹਾਰਮੋਨ ਦੀ ਵੀ ਜਿਹੜੀ ਹਾਈਪੋਥਾਇਰਾਇਡਿਜ਼ਮ ਹੈ, ਉਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਪੀਰੀਅਡਸ ਹੈ ਘਟ ਜਾਂਦੇ ਨੇ। ਪੀਰੀਅਡ ਇਸ ਕਰਕੇ ਘਟਦੇ ਆ, ਫਿਰ ਉਹ ਹੂੰ ਓਵੂਲੇਸ਼ਨ ਨਹੀਂ ਹੁੰਦੀ। ਕਈ ਵਾਰੀ ਕੀ ਹੁੰਦੀ ਹੈ ਕਿ ਠੀਕ ਅੰਡਾ ਜਿਹੜਾ ਬਣਤਾ ਤੇ ਹੈ, ਬਟ ਇਟ ਡਜ਼ਨਟ ਕਮ ਆਊਟ ਆਫ ਦੀ ਓਵਰੀ। ਇਹ ਵੀ ਇੱਕ ਹੁੰਦੀ ਹੈ। ਕਈ ਅੱਛਾ ਵਾਰੀ ਕੀ ਹੁੰਦਾ ਹੈ ਕਿ ਜਿਹੜਾ ਯੂਟਰਸ ਦਾ ਮਾਊਥ ਹੁੰਦਾ, ਜਿਹਨੂੰ ਅਸੀਂ ਸਰਵਿਕਸ ਕਹਿੰਦੇ ਆ, ਉਹਦੇ ਵਿੱਚ ਹੀ ਪ੍ਰੋਬਲਮ ਹੁੰਦੀ ਹੈ। ਉਹ ਕਈ ਵਾਰੀ ਉੱਥੇ ਪੋਲਿਪ ਹੋ ਜਾਂਦੇ ਆ,
ਜਾਂ ਕੋਈ ਰਸੋਲੀ ਹੋ ਜਾਂਦੀ ਹੈ, ਉਸ ਕਰਕੇ ਸਪਰਮ ਪੂਰੇ ਅੰਦਰ ਨਹੀਂ ਜਾ ਸਕਦੇ। ਫਿਰ ਜਿਹੜੀ ਫੈਲੋਪੀਅਨ ਠੀਕ ਟਿਊਬ ਹੈ, ਜਿਹੜੀ ਓਵਰੀ ਤੋਂ ਲੈ ਕੇ ਆਂਦੀ ਹੈ, ਸਰਵਿਕਸ ਯੂਟਰਸ ਵਿੱਚ ਲੱਗੀ ਹੁੰਦੀ ਹੈ ਫੈਲੋਪੀਅਨ ਟਿਊਬ, ਉਹ ਉੱਥੋਂ ਲੈ ਕੇ ਆਂਦੀ ਹੈ। ਉਹਦੇ ਵਿੱਚ ਵੀ ਬਹੁਤ ਸਾਰੀ ਤਕਲੀਫਾਂ ਨੇ, ਉਹ ਬੰਦ ਹੋ ਜਾਂਦੀ ਹੈ ਕਈ ਵਾਰੀ, ਕੋਈ ਇਨਫੈਕਸ਼ਨ ਠੀਕ ਕਰਕੇ, ਕੋਈ ਸੈਕਸੁਅਲ ਡਿਜ਼ੀਜ਼ ਕਰਕੇ, ਜਾਂ ਕਈ ਵਾਰੀ ਆਈਸੀ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ। ਤੇ ਇੱਕ ਹੋਰ ਬਿਮਾਰੀ ਹੁੰਦੀ ਹੈ ਔਰਤਾਂ ਵਿੱਚ, ਜਿਸ ਨੂੰ ਅਸੀਂ ਕਹਿੰਦੇ ਹਾਂ ਐਂਡੋਮੀਟ੍ਰੀਆਸਿਸ, ਯਾਨੀ ਜਿਸ ਵਿੱਚ ਅੱਛਾ ਜਿਹੜਾ ਯੂਟਰਸ ਦੀ ਅੰਦਰੂਨੀ ਪਰਤ ਹੈ, ਮਿਊਕਸ ਮੈਂਬਰੇਨ, ਉਹ ਹਮ, ਬਾਹਰ ਆ ਜਾਂਦੀ ਹੈ ਤੇ ਸਰਵਿਕਸ ਤੋਂ, ਉਸ ਕਰਕੇ ਫਿਰ ਸਪਰਮ ਅੰਦਰ ਨਹੀਂ ਜਾ ਸਕਦੇ। ਇਸੇ ਤਰ੍ਹਾਂ ਜਿਹੜਾ ਠੀਕ ਸੈਲਪੰਜਾਈਟਸ ਅਸੀਂ ਕਹਿੰਦੇ ਹਾਂ, ਜਿਹੜਾ ਫੈਲੋਪੀਅਨ ਟਿਊਬ ਦੀ ਇਨਫੈਕਸ਼ਨ ਹੋ ਜਾਂਦੀ ਹੈ। ਅੱਛਾ, ਠੀਕ ਕਈ ਵਾਰੀ ਕੀ ਹੁੰਦੀ ਹੈ ਕਿ ਹਾਰਮੋਨਲ ਉਸੋ ਨਾਲ ਓਵੇਰੀਅਨ ਇਨਸਫੀਸ਼ੀਐਂਸੀ ਹੋ ਜਾਂਦੀ ਹੈ। ਤੇ ਅੱਛਾ ਦੂਜੀ ਚੀਜ਼ ਕਿਹੜਾ ਹੈ, ਉਹ ਜਿਹੜੀ ਪੁਰਸ਼ਾਂ ਵਿੱਚ ਹੋਈ ਸੀ ਵੀ ਕੈਂਸਰ ਦਾ ਉਪਚਾਰ ਹੈ, ਰੇਡੀਏਸ਼ਨ ਹੈ, ਜਾਂ ਸੈੱਲ ਫੋਨ ਰੱਖੇ ਹੋਏ ਨੇ ਨਜ਼ਦੀਕ, ਜਿਹੜਾ ਔਰਤਾਂ ਵਿੱਚ ਹੋਰ ਜ਼ਿਆਦਾ, ਕਿਉਂਕਿ ਉਹ ਕਮਰ ਵਿੱਚ ਵੀ ਬੰਨ੍ਹ ਲੈਣ ਤਾਂ ਉਹ ਹੁੰਦਾ ਹੈ। ਤੇ ਇਹ ਬਹੁਤ ਸਾਰੀ ਚੀਜ਼ਾਂ ਨੇ। ਮੋਟਾਪਾ ਇੱਕ ਬੜਾ ਕਾਰਨ ਹੈ ਜਿਹੜਾ ਮਹਿਲਾ ਤੇ ਪੁਰਸ਼ ਦੋਨਾਂ ਵਿੱਚ ਹੁੰਦਾ ਹੈ। ਦੂਜਾ ਕੀ ਹੈ ਠੀਕ ਕਿ ਠੀਕ ਦੋਨਾਂ ਵਿੱਚ, ਸਪੈਸ਼ਲੀ ਔਰਤਾਂ ਵਿੱਚ ਹੁੰਦਾ ਹੈ ਕਿ ਅੱਜ ਕੱਲ ਕੈਰੀਅਰ ਕਰਕੇ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੀ ਵਕਤ, ਯਾਨੀ ਜਲਦੀ। ਉਹ ਆਮ ਤੌਰ ਅੱਛਾ ਤੇ 30 ਤੱਕ ਤਾਂ ਸੈਟਲ ਹੁੰਦੇ ਨੇ, ਫਿਰ ਸੋਚਦੇ ਕਿ ਅੱਛੀ ਤਰ੍ਹਾਂ ਸੈੱਟ ਹੋ ਜਾਈਏ, ਸਾਡੇ ਤਨਖਾਹ ਵੱਧ ਜਾਈਏ, ਅਸੀਂ ਮਕਾਨ ਬਣਾ ਲਈਏ, ਹੋਰ ਕੁਝ ਕਰ ਲਈਏ। ਤਾਂ 35 ਸਾਲ ਤੋਂ ਉੱਪਰ ਜੇਕਰ ਮਹਿਲਾ ਹੋ ਜਾਂਦੀ ਹੈ ਤੇ ਉਹਦਾ ਪ੍ਰੈਗਨੈਂਸੀ ਦਾ ਲਗਭਗ 40% ਚਾਂਸ ਘਟ ਜਾਂਦਾ ਹੈ। ਤੇ ਠੀਕ ਆਦਮੀ ਨੂੰ ਪਹਿਲਾਂ ਹੀ ਪ੍ਰੋਗਰਾਮ ਕਰਨਾ ਚਾਹੀਦਾ ਹੈ ਕਿ 35 ਤੋਂ ਪਹਿਲਾਂ ਹੀ, ਆਦਮੀਆਂ ਵਿੱਚ 40 ਦੇ ਬਾਅਦ, ਔਰਤਾਂ ਵਿੱਚ 35 ਵਰਸ ਦੇ ਬਾਅਦ ਜਿਹੜਾ ਹੈ ਉਹ ਪ੍ਰਜਨਨ ਅਕਸ਼ਮਤਾ, ਯਾਨੀ ਕਿ ਫਰਟੀਲਿਟੀ ਘਟ ਜਾਂਦੀ ਹੈ। ਤੇ ਘਟ ਇਹ ਜਾਂਦੀ ਜ਼ਰੂਰੀ ਹੈ ਕਿ ਅਸੀਂ ਪਲਾਨ ਕਰੀਏ ਕਿ ਬਈ 30 ਦੀ ਉਮਰ, ਦੇਖੋ ਉਸ ਤਰ੍ਹਾਂ ਤੋਂ ਸਭ ਤੋਂ ਵਧੀਆ ਉਮਰ ਹੁੰਦੀ ਹੈ 22 ਸਾਲ ਤੋਂ ਲੈ ਕੇ 29 ਸਾਲ ਦੀ, 29। ਠੀਕ ਇਹਦੇ ਵਿੱਚ ਬਹੁਤ ਚੰਗੇ ਚਾਂਸ ਹੁੰਦੇ ਹੈ ਸਾਰੀ ਚੀਜ਼ਾਂ ਦੇ, ਨਾਟ ਓਨਲੀ ਕਿ ਵੀ ਬੱਚੇ ਪੈਦਾ ਹੋਣ ਦੇ, ਬੱਚੇ ਦੇ ਸਵਸਥ ਹੋਣ ਦੇ, ਬੱਚੇ ਦੇ ਇੰਟੈਲੀਜੈਂਟ ਹੋਣ ਦੇ ਜਿਹੜੇ ਚਾਂਸਸ ਹੁੰਦੇ, ਉਹ 20 ਤੋਂ 29 ਇਅਰਸ ਤੱਕ ਅਸੀਂ ਮੰਨਦੇ ਕਿ ਵੀ ਬੈਸਟ ਪੀਰੀਅਡ ਫॉर ਪ੍ਰੈਗਨੈਂਸੀ ਹੈ ਮਹਿਲਾ ਵਿੱਚ। ਠੀਕ ਤੇ ਪੁਰਸ਼ਾਂ ਦਾ ਇਹ ਹੈ ਕਿ ਅਸੀਂ ਮੰਨਦੇ ਕਿ ਵੀ 35 ਤੋਂ ਪਹਿਲਾਂ ਕਰ ਲਈਏ ਤਾਂ ਚੰਗਾ ਹੁੰਦਾ ਹੈ, ਪਰ 40 ਦੇ ਬਾਅਦ ਤਾਂ ਉਹਨਾਂ ਦਾ ਵੀ ਬਹੁਤ ਕੁਝ ਘਟ ਜਾਂਦਾ ਹੈ ਕੰਮ। ਇੱਕ ਤਾਂ ਇਹ। ਠੀਕ ਦੂਜਾ ਮੈਂ ਤੁਹਾਨੂੰ ਦੱਸਿਆ ਕਿ ਮੋਟਾਪਾ। ਤੀਜਾ ਹਮ ਜਿਹੜੀ ਸਮੋਕਿੰਗ ਐਂਡ ਅਲਕੋਹਲ। ਅਲਕੋਹਲ ਦਾ ਕੀ ਹੈ ਕਿ ਠੀਕ ਇਹ ਇੱਛਾ ਤਾਂ ਵਧਾ ਦਿੰਦਾ, ਪਰ ਇਹ ਜਿਹੜੀ ਪਰਫਾਰਮੈਂਸ ਐਂਡ ਸਪਰਮ ਦੀ ਕੁਆਲਿਟੀ ਨੂੰ ਘਟਾ ਦਿੰਦੀ ਹੈ। ਇਸੇ ਤਰ੍ਹਾਂ ਠੀਕ ਓਵੂਲੇਸ਼ਨ ਵਿੱਚ ਵੀ ਘਟ ਜਾਂਦੀਆਂ ਨੇ ਔਰਤਾਂ ਦੇ ਅੰਡਿਆਂ ਵਿੱਚ ਵੀ। ਤੀਜਾ ਜਿਹੜਾ ਹੈ ਕਿ ਵੀ ਦੋ ਵਾਰੀ ਚੀਜ਼, ਯਾਨੀ ਐਕਸਰਸਾਈਜ਼ ਜ਼ਿਆਦਾ ਵੀ ਗੜਬੜ ਹੈ ਤੇ ਨਾ ਕਰਨਾ ਵੀ ਗੜਬੜ ਹੈ। ਠੀਕ ਬਹੁਤ ਜ਼ਿਆਦਾ ਹਮ ਐਕਸਰਸਾਈਜ਼ ਜਿਹੜੇ ਹੈ, ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੇ, ਉਹਨਾਂ ਵਿੱਚ ਵੀ ਸਪੈਸ਼ਲੀ ਮਹਿਲਾਵਾਂ ਵਿੱਚ ਓਵੂਲੇਸ਼ਨ ਦੀ ਪ੍ਰੋਬਲਮ ਆ ਜਾਂਦੀ ਹੈ। ਠੀਕ ਇਹ ਬਹੁਤ ਜ਼ਰੂਰੀ ਹੈ ਕਿ ਇਹ ਧਿਆਨ ਰੱਖੀਏ। ਤੇ ਫਿਰ ਅਸੀਂ ਕਰਦੇ ਹਾਂ ਕਿ ਵੀ ਇਹਦੇ ਜਾਂਚ ਕਿਸ ਤਰ੍ਹਾਂ ਕਰਾਈਏ। ਤੇ ਜਾਣਾ ਕਿਸ ਨੂੰ ਹਾਂ ਹੁੰਦਾ ਡਾਕਟਰ ਕੋਲ। ਇਹ ਨਹੀਂ ਕਿ ਵੀ ਮੈਰਿਜ ਹੋਈ ਤੇ ਨੱਸ ਗਏ ਕਿ ਵੀ ਚਲੋ ਬੱਚਾ ਨਹੀਂ ਹੋਇਆ, ਘਰ ਵਾਲਿਆਂ ਦੇ ਪਿੱਛੇ ਪੈਸਾ ਕਹਿੰਦੀ ਹੈ ਜਾਂ ਮਦਰ ਕਹਿੰਦੀ ਹੈ ਕੁੜੀ ਦੀ ਬਈ ਜਲਦੀ ਕਿਉਂ ਨਹੀਂ ਹੋਇਆ। ਇਸ ਤਰ੍ਹਾਂ ਨਹੀਂ ਹੈ। ਯਾਨੀ ਘੱਟੋ ਘੱਟ 1.5 ਤੋਂ 2 ਸਾਲ ਨਾਰਮਲ ਸੈਕਸ ਦੇ ਬਾਅਦ ਜੇਕਰ ਬੱਚਾ ਨਹੀਂ ਹੁੰਦਾ ਤੇ ਹੋਰ ਕੋਈ ਠੀਕ ਪ੍ਰੋਬਲਮ ਨਹੀਂ ਹੈ, ਦੈਨ ਵੀ ਸ਼ੁਡ ਅਪਰੋਚ ਦੀ ਡਾਕਟਰ। ਹੁਣ ਡਾਕਟਰ ਕੀ ਕਰਦਾ, ਠੀਕ ਪਹਿਲਾਂ ਤਾਂ ਉਹ ਪੁਰਸ਼ ਦੀ ਜਾਂਚ ਕਰਦਾ ਹੈ ਬਈ ਜਿਹੜਾ ਜਿਸ ਤਰ੍ਹਾਂ ਅਸੀਂ ਧਰਤੀ 'ਚ ਹੈ, ਬੀਜ ਹੀ ਨਹੀਂ ਹੋਏਗਾ ਕਿਸ ਤਰ੍ਹਾਂ ਹੋਏਗੀ। ਤੇ ਇਹ ਜ਼ਰੂਰੀ ਹੈ ਕਿ ਪਹਿਲਾਂ ਪੁਰਸ਼ ਜਾਂਚ ਕਰਾਏ। ਪੁਰਸ਼ ਜਾਂਚ ਵਿੱਚ ਅਸੀਂ ਠੀਕ ਜਿਹੜੀ ਹੈ ਸੀਮਨ ਦੀ ਜਾਂਚ ਕਰਦੇ ਹਾਂ। ਸੀਮਨ ਵਿੱਚ 3 ਚੀਜ਼ਾਂ ਹੁੰਦੀਆਂ ਕਿ ਬਈ ਸੀਮਨ ਦੀ ਗਿਣਤੀ ਪੂਰੀ ਹੈ। ਅਸੀਂ ਮੰਨਦੇ ਹਾਂ ਕਿ 15 ਲੱਖ ਤੋਂ 20 ਲੱਖ 20 ਮਿਲੀਅਨ, ਯਾਨੀ ਕਿ 1.5 ਕਰੋੜ ਤੋਂ 2 ਕਰੋੜ ਪਰ ml ਜੇਕਰ ਸਪਰਮ ਹਮ ਨਹੀਂ ਹੈਗੇ ਤਾਂ ਉਹਦੇ ਚਾਂਸ ਘਟ ਜਾਂਦੇ। ਦੂਜਾ ਕੀ ਹੈ ਕਿ ਠੀਕ ਉਸ ਦੇ ਆਕਾਰ ਜਿਹੜੇ ਨੇ ਸਪਰਮ ਦੇ,
ਸਪਰਮ ਦਾ ਕੀ ਹੁੰਦਾ, ਇੱਕ ਹੈਡ ਹੁੰਦਾ, ਇੱਕ ਬੋਡੀ ਹੁੰਦੀ ਹੈ ਤੇ ਇੱਕ ਪੁੱਛ ਹੁੰਦੀ ਹੈ, ਟੇਲ। ਉਹਦੇ ਵਿੱਚ ਅਸੀਂ ਇਹ ਸੋਚਦੇ ਹਾਂ ਕਿ ਵੀ ਦੇਖੋ 3 ਤੋਂ ਲੈ ਕੇ 7% ਤੇ ਸਾਰੇ ਬੰਦਿਆਂ ਵਿੱਚ ਐਬਨੋਰਮਲ ਸਪਰਮ ਹੁੰਦੇ, ਪਰ ਇਸ ਤੋਂ ਜ਼ਿਆਦਾ ਜੇਕਰ ਹੋ ਠੀਕ ਜਾਏ, ਜਿਸ ਤਰ੍ਹਾਂ ਕਹੀਏ ਦੇ 2 ਹੈਡ ਹੋ ਜਾਂਦੇ ਨੇ, ਹੋਰ ਕੁਝ ਹੋ ਜਾਂਦੇ, ਹਮ, ਉਹ ਹਮ, ਅਸੀਂ ਦੇਖਦੇ ਹਾਂ ਠੀਕ ਸਪਰਮ ਦੀ ਜਿਹੜੀ ਟੈਸਟ ਕਰਦੇ ਹਾਂ। ਫਿਰ ਹਾਰਮੋਨ ਟੈਸਟ ਕਰਦੇ ਹਾਂ ਪੁਰਸ਼ਾਂ ਵਿੱਚ, ਟੈਸਟੋਸਟੇਰੋਨ ਸਪੈਸ਼ਲੀ, ਜਿਹਨੂੰ ਅਸੀਂ ਮੇਲ ਹਾਰਮੋਨ ਕਹਿੰਦੇ ਨੇ। ਜੇਕਰ ਉਹਦੀ ਮਾਤਰਾ ਘਟ ਜਾਏ ਠੀਕ ਤਾਂ ਫਿਰ ਅਸੀਂ ਟੈਸਟੋਸਟੇਰੋਨ ਦੇ ਇੰਜੈਕਸ਼ਨ ਦਿੰਦੇ। ਫਿਰ ਅੱਜ ਕੱਲ ਤਾਂ ਜਿਹੜਾ ਹਮ, ਜੈਨੇਟਿਕ ਪਰੀਖਣ ਵੀ ਹੋ ਗਿਆ ਕਿ ਬਈ ਕੋਈ ਹੈਰੀਡਿਟਰੀ ਦੋਸ਼ ਅੱਛਾ ਤਾਂ ਨਹੀਂ ਹੈਗਾ। ਉਹਦੇ ਅੱਛਾ ਇਹ ਬਾਅਦ ਵੀ ਹੋ ਕੀ ਹੁੰਦਾ, ਸਕਦਾ ਜਿਸ ਤਰ੍ਹਾਂ ਹਾਂ ਹੋ ਸਕਦਾ, ਉਹਦੀ ਵੀ ਅੱਜ ਕੱਲ ਜਾਂਚ ਹੋਣ ਲੱਗੀ। ਫਿਰ ਇੱਕ ਟੈਸਟੀਕੂਲਰ ਬਾਇਓਪਸੀ ਕਰਦੇ ਨੇ ਕਿ ਕਈ ਵਾਰੀ ਜਿਹੜੀ ਟਿਊਬ ਪੁਰਸ਼ਾਂ ਵਿੱਚ ਵੀ ਬੰਦ ਹੋ ਜਾਂਦੀ ਹੈ, ਪਰ ਉਹਦੇ ਸਪਰਮ ਬਣ ਰਹੇ ਹੁੰਦੇ ਨੇ ਟੈਸਟਿਸ ਵਿੱਚ। ਤਾਂ ਅਸੀਂ ਟੈਸਟੀਕੂਲਰ ਹਮ, ਬਾਇਓਪਸੀ ਕਰਦੇ ਨੇ ਤੇ ਉੱਥੇ ਜੇਕਰ ਸਾਨੂੰ ਪਤਾ ਲੱਗਦਾ ਵੀ ਸਪਰਮ ਹੈ, ਤਾਂ ਅਸੀਂ ਸਪਰਮ ਉੱਥੋਂ ਲੈ ਕੇ ਫਿਰ ਜਿਹੜਾ ਹੈ ਮਹਿਲਾ ਦੇ ਯੂਟਰਸ ਵਿੱਚ ਪਾ ਦਿੰਦੇ ਨੇ ਐਟ ਦੀ ਟਾਈਮ ਆਫ ਠੀਕ ਓਵੂਲੇਸ਼ਨ। ਠੀਕ ਤੇ ਅਸੀਂ ਫਿਰ ਟੈਸਟਿਸ ਦੀ ਜਿਹੜੀ ਹੈ ਅਲਟਰਾਸਾਊਂਡ ਵੀ ਕਰਦੇ ਨੇ, ਜਿਸ ਤੋਂ ਅਸੀਂ ਠੀਕ ਦੇਖਦੇ ਹਾਂ ਕਿ ਵੀ ਕੋਈ ਗੜਬੜ ਤਾਂ ਨਹੀਂ ਹੈ। ਕਈ ਵਾਰੀ ਅਸੀਂ ਡੀਐਨਏ ਦਾ ਵੀ ਟੈਸਟ ਕਰਦੇ ਨੇ ਪੁਰਸ਼ਾਂ ਵਿੱਚ, ਅੱਛਾ ਜਿਹੜਾ ਵੀਰਯ ਦੇ ਨਮੂਨਿਆਂ ਦਾ ਮੁਲਾਂਕਣ ਕਰਦਾ ਹੈ। ਹੁਣ ਆਉਂਦੀ ਹੈ ਮਹਿਲਾਵਾਂ ਵਿੱਚ ਜਾਂਚ, ਉਹ ਥੋੜੀ ਲੰਬੀ ਹੁੰਦੀ ਹੈ, ਇਸੇ ਠੀਕ ਕਰਕੇ ਪਹਿਲਾਂ ਅਸੀਂ ਪੁਰਸ਼ਾਂ ਦੀ ਕਰਦੇ। ਪਹਿਲਾਂ ਤਾਂ ਬਲੱਡ ਦੀ ਜਾਂਚ ਹੁੰਦੀ ਹੈ ਜਿਸ ਵਿੱਚ ਹਾਰਮੋਨ ਦਾ ਪਤਾ ਕਰਦੇ ਹਾਂ। ਦੂਜਾ ਅਸੀਂ ਠੀਕ ਓਵੂਲੇਸ਼ਨ ਦਾ ਪਤਾ ਕਰਦੇ ਨੇ ਵੀ ਓਵੂਲੇਸ਼ਨ ਹੋ ਰਿਹਾ ਕਿ ਨਹੀਂ ਹੋ ਰਿਹਾ। ਫਿਰ ਅਸੀਂ ਠੀਕ ਟਿਊਬ ਟੈਸਟਿੰਗ ਕਰਦੇ ਨੇ, ਜਿਸ ਨੂੰ ਅਸੀਂ ਕਹਿੰਦੇ ਨੇ ਹਿਸਟਰੋਸੈਲਪਿੰਜੋਗ੍ਰਾਫੀ। ਬਈ ਠੀਕ ਟਿਊਬ ਦੀ ਬਣਾਵਟ ਕੀ ਹੈ, ਕੋਈ ਰੁਕਾਵਟ ਤੇ ਨਹੀਂ ਹੈ। ਇਹ ਅਸੀਂ ਕਰਦੇ ਨੇ, ਯਾਨੀ ਸੀਟੀ ਸਕੈਨ ਵਿੱਚ ਇੱਕ ਡਾਈ ਇੰਜੈਕਟ ਕਰਦੇ ਨੇ, ਤੇ ਉਹ ਜੇਕਰ ਐਬਡੋਮਨ ਵਿੱਚ ਚਲੀ ਜਾਏ, ਡਾਈ ਇੰਜੈਕਟ ਕਰਦੇ ਨੇ ਅਸੀਂ ਯੂਟਰਸ, ਤੇ ਉਹ ਫਿਰ ਅੱਛਾ ਜਾ ਕੇ ਫਲਿੱਪੀਨ ਟਿਊਬ ਨਾਲ ਬਾਹਰ ਚਲੀ ਜਾਏ ਤਾਂ ਫਿਰ ਠੀਕ ਹੈ, ਨਹੀਂ ਤਾਂ ਠੀਕ ਨਹੀਂ। ਇਸੇ ਤਰ੍ਹਾਂ ਓਵਰੀ ਵਿੱਚ ਅਸੀਂ ਇਹ ਦੇਖਦੇ ਨੇ ਕਿ ਹਰ ਸਾਈਕਲ ਵਿੱਚ ਕਿੰਨੇ ਅੰਡੇ ਬਣਦੇ ਨੇ ਤੇ ਕਿੰਨੇ ਬਾਹਰ ਆਉਂਦੇ ਨੇ। ਠੀਕ ਉਹਦੇ ਬਾਅਦ ਅਸੀਂ ਪਿਚੂਟਰੀ ਹਾਰਮੋਨ, ਥਾਇਰਾਇਡ ਹਾਰਮੋਨ, ਇਹਨਾਂ ਦੀ ਕਰਦੇ ਨੇ। ਫਿਰ ਕੀ ਹੁੰਦਾ ਹੈ ਕਿ ਅਸੀਂ ਪੈਲਵਿਸ ਦੀ ਤੇ ਯੂਟਰਸ ਦੀ, ਓਵਰੀ ਦੀ ਅਲਟਰਾਸਾਊਂਡ ਕਰਦੇ ਨੇ। ਇੱਕ ਹੋਰ ਹੁੰਦਾ ਹੈ, ਠੀਕ ਜਿਸ ਤਰ੍ਹਾਂ ਐਂਡੋਸਕੋਪੀ ਹੁੰਦੀ ਹੈ, ਹਿਸਟਰੋਸਕੋਪੀ ਹੁੰਦੀ ਹੈ। ਅਸੀਂ ਯੂਟਰਸ ਦੀ ਵੀ ਜਾਂਚ ਕਰਦੇ ਹਾਂ, ਤੇ ਲੈਪਰੋਸਕੋਪੀ ਪੇਟ ਵਿੱਚ ਡਾ ਕੇ ਇਹ ਦੇਖਦੇ ਹਾਂ ਵੀ ਐਂਡੋਮੀਟ੍ਰੀਆਸਿਸ ਤਾਂ ਨਹੀਂ ਹੈ, ਕੋਈ ਬਲੋਕੇਜ ਤਾਂ ਨਹੀਂ ਹੈ। ਇਸ ਤਰ੍ਹਾਂ ਦੀ ਚੀਜ਼ਾਂ ਸਾਰੀ ਇਹ ਦੇਖਦੇ ਨੇ। ਉਹਦੇ ਬਾਅਦ ਅਸੀਂ ਠੀਕ ਆਉਂਦੇ ਨੇ ਕਿ ਵੀ ਇਲਾਜ ਕੀ ਹੈ ਇਹਦਾ। ਪਹਿਲਾਂ ਤਾਂ ਹਾਂ ਅਸੀਂ ਬਿਲਕੁਲ ਕਾਰਨ ਠੀਕ ਢੂੰਡਦੇ, ਕਾਰਨ ਜੇਕਰ ਦੇ ਹਮ ਵਿੱਚ ਮਿਲਦਾ ਉਹਦਾ ਇਲਾਜ ਕਰਦੇ, ਕੁੜੀ ਵਿੱਚ ਮਿਲਦਾ ਉਹਦਾ ਇਲਾਜ ਕਰਦੇ। ਇਹ ਤਾਂ ਪਹਿਲੀ ਗੱਲ ਹੋਊਗੀ। ਸਾਨੂੰ ਪਹਿਲਾਂ ਤਾਂ ਇਹੀ ਪਤਾ ਕਰਨਾ ਵੀ ਕਿਸ ਦਾ ਹੈ। ਉਹ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਕਿ ਠੀਕ 35% ਕਾਰਨ ਹਮ ਪੁਰਸ਼ਾਂ ਵਿੱਚ ਹੁੰਦੇ ਨੇ, 35 ਹੀ ਕੁੜੀਆਂ ਵਿੱਚ ਹੁੰਦੇ ਨੇ। 30% ਡਾਕਟਰ ਹੱਥ ਖੜੇ ਕਰਦੇ ਨੇ ਅਸੀਂ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਦੋਨੋਂ ਨਾਰਮਲ ਹੈ, ਫਿਰ ਵੀ ਕਿਉਂ ਨਹੀਂ ਹੋ ਰਹੇ। ਹੁਣ ਕੋਈ ਸਭ ਤੋਂ ਕੁਦਰਤ ਵੱਲੋਂ ਪਹਿਲਾਂ ਹੀ ਤੇ ਕੁਛ ਪੁਰਸ਼ ਦਾ ਐਸੀ ਉਪਚਾਰ ਚੀਜ਼ ਹੁੰਦਾ ਹੈ। ਹਮ ਕੋਈ ਪੁਰਸ਼ ਦਾ ਉਪਚਾਰ ਹੈ ਕਿ ਉਹਦੇ ਠੀਕ ਸਪਰਮ ਵਿੱਚ ਦੀ ਕਮੀ ਹੈ ਤੇ ਉਹਦੀ ਦਵਾਈਆਂ ਦਿੰਦੇ ਨੇ। ਫਿਰ ਅਸੀਂ ਉਹਦੀ ਠੀਕ ਲਾਈਫ ਸਟਾਈਲ ਵੀ ਚੇਂਜ ਕਰਦੇ ਹਾਂ। ਕੋਈ ਦਵਾ ਲੈ ਰਿਹਾ ਹੈ, ਸਿਗਰਟ ਪੀ ਰਿਹਾ ਹੈ, ਦਾਰੂ ਪੀ ਰਿਹਾ ਹੈ, ਇਹ ਗੜਬੜ। ਕਈ ਵਾਰੀ ਕੀ ਹੁੰਦਾ ਹੈ ਕਿ ਸਭ ਕੁਝ ਠੀਕ ਹੁੰਦਾ ਹੈ ਤੇ ਜਿਹੜਾ ਸੰਭੋਗ ਜਾਂ ਸਹਿਵਾਸ ਦੇ ਜਿਹੜੇ ਆਸਨ ਹੈ ਉਹ ਵੀ ਬੜਾ ਕੰਮ ਕਰਦੇ ਨੇ। ਯੂਜੂਅਲੀ ਹਮ ਇਹ ਮੰਨਿਆ ਜਾਂਦਾ ਹੈ ਕਿ ਵੀ ਜਿਸ ਤਰ੍ਹਾਂ ਵੂਮਨ ਐਂਡ ਟੌਪ ਵਿੱਚ ਥੋੜਾ ਚਾਂਸ ਘਟ ਜਾਂਦਾ ਹੈ ਕਿ ਵੀ ਜਿਸ ਤਰ੍ਹਾਂ ਕੁੜੀ ਉੱਪਰ ਹੁੰਦੀ ਹੈ। ਅੱਜ ਹਮ ਕੱਲ ਜਿਹੜਾ ਨਾ ਐਕਸਪੈਰੀਮੈਂਟ ਬੜੇ ਕਰਦੇ ਨੇ, ਖੁੱਲਾਪਣ ਆ ਗਿਆ ਨਾ ਜ਼ਿੰਦਗੀ ਵਿੱਚ। ਵੀ ਜ਼ਰੂਰੀ ਹੈ ਕਿ ਭਈ ਹਮ ਉਹ ਡਾਕਟਰ ਤੋਂ ਪੁੱਛ ਲੈਣ ਕਿ ਕਿਹੜੇ ਆਸਨ ਵਿੱਚ ਜ਼ਿਆਦਾ ਹੈ। ਤੇ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਭਈ ਆਫਟਰ ਦਿਸ ਇੰਟਰਕੋਰਸ ਇੰਨੀ ਦੇਰ ਤੱਕ ਤੁਸੀਂ ਲੇਟੇ ਰਹੋ ਤੇ ਹਿਪ ਦੇ ਥੱਲੇ ਕੋਈ ਤਕੀਆ ਵਗੈਰਾ ਲਗਾ ਲਿਓ। ਉਹ ਪਾਰਟਿਕੂਲਰ ਜਾਂਚ ਠੀਕ ਕਰਕੇ ਹੀ ਅਸੀਂ ਦੱਸਦੇ ਨੇ। ਫਿਰ ਸਮੋਕਿੰਗ ਤਾਂ ਠੀਕ ਇਸੇ ਠੀਕ ਤਰ੍ਹਾਂ ਠੀਕ ਜਿਹੜੀ ਕੋਈ ਦਵਾਈ ਲੈ ਰਿਹਾ, ਬਲੱਡ ਪ੍ਰੈਸ਼ਰ ਦੀ ਦਵਾਈ ਹੈ, ਡਾਇਬਟੀਜ਼ ਦੀ ਦਵਾਈ ਹੈ, ਉਹਨਾਂ ਨੂੰ ਵੀ ਅਸੀਂ ਦੇਖਦੇ ਨੇ। ਫਿਰ ਕਈ ਠੀਕ ਵਾਰੀ ਕੀ ਹੁੰਦਾ ਕਿ ਬੰਦੇ ਵਿੱਚ ਹਾਈਡਰੋਸੀਲ ਜਾਂ ਵੈਰੀਕੋਸੀਲ ਹੁੰਦੀ ਹੈ ਟੈਸਟਿਸ ਵਿੱਚ।
ਉਹਦੀ ਅਸੀਂ ਪਹਿਲਾਂ ਗੱਲ ਵੀ ਕੀਤੀ ਸੀ ਕਿ ਇਹ ਬਿਮਾਰੀਆਂ ਹੁੰਦੀਆਂ ਨੇ ਜੇ ਪਾਣੀ ਭਰ ਜਾਂਦਾ ਹੈ, ਉਸ ਕਰਕੇ ਵੀ ਉਹ ਹੋ ਜਾਂਦਾ। ਫਿਰ ਮੈਂ ਜਿਸ ਤਰ੍ਹਾਂ ਦੱਸਿਆ ਕਾਰਨਾਂ ਵਿੱਚ ਕਿ ਬਈ ਕਈ ਪ੍ਰੋਫੈਸ਼ਨ ਐਸੇ ਹੁੰਦੇ ਤੇ ਅਸੀਂ ਉਹਨੂੰ ਕਹਿੰਦੇ ਬਈ ਚਲੋ ਹਮੇਸ਼ਾ ਨਾ ਕਰੇ ਤੇ ਕੁਝ ਮਹੀਨੇ ਦੀ ਛੁੱਟੀ ਲੈ ਕੇ ਉਸ ਪ੍ਰੋਫੈਸ਼ਨ ਤੋਂ ਦੂਰ ਹੋ ਜਾਏ, ਜਿਸ ਤਰ੍ਹਾਂ ਗਰਮੀ ਵਾਲੇ ਪ੍ਰੋਫੈਸ਼ਨ ਨੇ ਜਾਂ ਪ੍ਰੈਸ਼ਰ ਵਾਲੇ ਠੀਕ ਜਿਸ ਠੀਕ ਤਰ੍ਹਾਂ ਟਰੱਕ ਡਰਾਈਵਰ ਵਗੈਰਾ ਹੈ, ਕਿ ਵੀ ਇਹ ਵੀ ਥੋੜੇ ਦਿਨ ਛੱਡ ਦਿਓ, ਜਦ ਪ੍ਰੈਗਨੈਂਸੀ ਹੋ ਜਾਏ ਉਹਦੇ ਬਾਅਦ ਫਿਰ ਕਰ ਲੈਣ। ਤੇ ਔਰਤਾਂ ਵਿੱਚ ਠੀਕ ਜਿਹੜਾ ਹੈ ਇਲਾਜ ਥੋੜਾ ਮੁਸ਼ਕਿਲ ਹੁੰਦਾ ਹੈ। ਇੱਕ ਤਾਂ ਉਹਨੂੰ ਹਮ, ਕਈ ਵਾਰੀ ਓਵੂਲੇਸ਼ਨ ਨਹੀਂ ਹੁੰਦੀ ਤੇ ਅਸੀਂ ਓਵੂਲੇਸ਼ਨ ਨੂੰ ਅ, ਉਤੇਜਨਾ ਦਿੰਦੇ ਹਾਂ ਕਿ ਬਈ ਫਰਟੀਲਿਟੀ ਡਰੱਗਸ ਦਿੰਦੇ ਨੇ ਕਿ ਬਈ ਜਿਸ ਹਮ, ਤੋਂ ਜਿਹੜੇ ਓਵੂਲੇਸ਼ਨ ਘੱਟ ਹੋ ਰਹੇ ਆ ਉਹ ਜ਼ਿਆਦਾ ਹੋ ਜਾਏ। ਇਸੇ ਤਰ੍ਹਾਂ ਠੀਕ ਕਈ ਵਾਰੀ ਠੀਕ ਕੀ ਹੁੰਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਈ ਪੁਰਸ਼ਾਂ ਵਿੱਚ ਬੰਦ ਹੋਏ ਤਾਂ ਫਿਰ ਅਸੀਂ ਇੰਜੈਕਸ਼ਨ ਨਾਲ ਯੂਟਰਸ ਵਿੱਚ ਸਿਮਨ ਪਾਉਂਦੇ ਨੇ। ਇਸੇ ਤਰ੍ਹਾਂ ਠੀਕ ਕਈ ਵਾਰੀ ਪੈ ਜਾਂਦੀ ਹੈ ਜੇ ਪੋਲਿਪਸ ਹੋਏ, ਐਂਡੋਮੀਟਰੀਅਲ ਪੋਲਿਪਸ, ਜਾਂ ਕਈ ਵਾਰੀ ਕੀ ਹੁੰਦਾ ਹੈ ਕਿ ਯੂਟਰਸ ਵਿੱਚ ਦੋ ਸੈਪਟਮ ਬਣ ਜਾਂਦੇ ਨੇ, ਦੋ ਵਿੱਚ ਡਿਵਾਈਡ ਹੋ ਜਾਂਦਾ ਹੈ। ਹਮ, ਯਾਨੀ ਕਿ ਅੱਛਾ ਜਮਾਂਦਰੂ ਜਿਹਨੂੰ ਕਹਿੰਦੇ ਆ ਨਾ, ਉਹ ਵੀ ਹਟਾਉਣਾ ਪਿਆ। ਕਈ ਵਾਰੀ ਹਮ, ਹਾਈਮਨ ਜਿਹੜਾ ਹੈ ਯੂਜੂਅਲੀ ਤਾਂ ਇੰਟਰਕੋਰਸ ਪਹਿਲੇ ਦਿਨ ਹੀ ਟੁੱਟ ਜਾਂਦਾ, ਪਰ ਕਈਆਂ ਦਾ ਥੋੜਾ ਫਾਈਬਰੋਟਿਕ ਹੁੰਦਾ, ਉਹ ਨਹੀਂ ਹੁੰਦਾ, ਉਸ ਦਾ ਵੀ ਅਸੀਂ ਕਰਦੇ। ਫਿਰ ਪੈਲਵਿਕ ਠੀਕ ਇਨਫਲੇਮੇਸ਼ਨ ਤੇ ਇਨਫੈਕਸ਼ਨ ਦਾ ਇਲਾਜ ਵੀ ਕਰਦੇ ਨੇ। ਠੀਕ ਫਿਰ ਜੇ ਤੱਕ ਸਾਰੀ ਚੀਜ਼ਾਂ ਹੋ ਜਾਂਦੀਆਂ ਤਾਂ ਔਰ ਫਿਰ ਵੀ ਨਹੀਂ ਹੁੰਦੇ ਤੇ ਨਾਰਮਲ ਹੈ, ਤੇ ਅਸੀਂ ਇਨ ਵਿਟਰੋ ਫਰਟੀਲਾਈਜੇਸ਼ਨ ਕੇ ਬਾਹਰ ਫਰਟੀਲਾਈਜ਼ ਕਰਦੇ ਨੇ। ਔਰਤ ਦਾ ਅੰਡਾ ਲੈ ਲੈਂਦੇ ਨੇ ਤੇ ਬੰਦੇ ਦੇ ਸੀਮਨ, ਠੀਕ ਤੇ ਉਹਨਾਂ ਨੂੰ ਠੀਕ ਅਸੀਂ ਲੈਬ ਵਿੱਚ ਫਰਟੀਲਾਈਜ਼ ਕਰਕੇ ਦੁਬਾਰਾ ਜਿਹੜਾ ਹੈ ਅੱਛਾ ਉਹ ਔਰਤ ਦੇ ਯੂਟਰਸ ਵਿੱਚ ਪਾਉਂਦੇ ਨੇ। ਇਹ ਅੱਛਾ ਇਹ ਹੁੰਦਾ ਹੈ। ਕਈ ਵਾਰੀ ਜਿਹੜਾ ਮੰਨ ਲਿਆ ਹਸਬੈਂਡ ਵਿੱਚ ਹੋਏ ਹੀ ਨਾ ਸਪਰਮ, ਤਾਂ ਅਸੀਂ ਹਮ, ਡੋਨਰ ਨਾਲ ਸਪਰਮ ਲੈ ਕੇ ਵੀ ਇਹ ਕਰਦੇ ਨੇ। ਇਹ ਡੋਨਰ ਦੇ ਠੀਕ ਸਪਰਮ ਲੈ ਕੇ ਜਾਂ ਤਾਂ ਇੰਜੈਕਟ ਹਮ, ਕਰਦੇ ਨੇ, ਜਾਂ ਫਿਰ ਠੀਕ ਉਹਨੂੰ ਬਾਹਰ ਫਰਟੀਲਾਈਜ਼ ਕਰਕੇ ਇਨ ਵਿਟਰੋ ਫਰਟਰ, ਫਿਰ ਜਿਹੜਾ ਐਮਬਰੀਓ ਹੈ ਉਸ ਨੂੰ ਟ੍ਰਾਂਸਪਲਾਂਟ ਕਰਦੇ ਨੇ ਯੂਟਰਸ ਵਿੱਚ। ਠੀਕ ਅੱਛਾ, ਫਿਰ ਕੀ ਹੁੰਦਾ ਹੈ ਕਈ ਵਾਰੀ ਕਿ ਕੋਈ ਵੀ ਉਪਾਅ ਪੂਰਾ ਨਹੀਂ ਹੁੰਦਾ, ਸੈਰੋਗੇਸੀ ਕਰਦੇ ਨੇ ਕਿ ਬਈ ਮਹਿਲਾ ਵਿੱਚ ਬਹੁਤ ਜ਼ਿਆਦਾ ਗੜਬੜ ਹੈ, ਉਸਦੇ ਯੂਟਰਸ ਫੰਕਸ਼ਨਿੰਗ ਨਹੀਂ ਹੈ, ਜਾਂ ਉਹਦੀ ਜਾਨ ਨੂੰ ਖਤਰਾ ਹੈ ਜੇਕਰ ਉਹ ਬੱਚਾ ਪੈਦਾ ਕਰੇਗੀ, ਤਾਂ ਅਸੀਂ ਠੀਕ ਫਿਰ ਠੀਕ ਕਿਸੇ ਹੋਰ ਮਹਿਲਾ ਨੂੰ ਚੁਣਦੇ ਨੇ ਤੇ ਅੰਡੇ ਠੀਕ ਪਤਨੀ ਦੇ ਤੇ ਜਿਹੜਾ ਹਮ, ਸਪਰਮ ਜੋ ਹੈ ਪਤੀ ਦੇ ਲੈ ਕੇ ਉਹਨਾਂ ਨੂੰ ਬਾਹਰ ਲੈਬ ਵਿੱਚ ਫਰਟੀਲਾਈਜ਼ ਕਰਕੇ ਉਸ ਮਹਿਲਾ ਵਿੱਚ ਅਸੀਂ ਇੰਪਲਾਂਟ ਕਰਦੇ ਤੇ ਉੱਥੇ ਅੱਛਾ ਉਹਦੇ ਲਈ ਕਾਨੂੰਨੀ ਵੀ ਚੀਜ਼ਾਂ ਬਹੁਤ ਸਾਰੀ ਨੇ ਕਿ ਵੀ ਉਹ ਕੰਟਰੈਕਟ ਕਰਾਣੇ ਪੈਂਦੇ ਨੇ। ਕਈ ਕੰਟਰੀ ਉਹਨਾਂ ਨੂੰ ਅਲਾਉ ਨਹੀਂ, ਕਈ ਕੰਟਰੀ ਅਲਾਉ ਕਰਦੇ ਨੇ। ਉਹ ਸਾਰਾ ਕੁਝ ਦੇਖਣਾ ਹੁੰਦਾ ਹੈ, ਉਹ ਠੀਕ ਡਾਕਟਰ ਦੱਸਦਾ ਹੈ ਵੀ ਵੈਦਰ ਇਟ ਇਜ਼ ਪੋਸੀਬਲ ਔਰ ਨੋਟ। ਪਰ ਇਹਨਾਂ ਵਿੱਚ ਠੀਕ ਜਿਹੜੇ ਅਸੀਂ ਇਨ ਵਿਟਰੋ ਕਰਦੇ ਨੇ, ਕਈ ਚੀਜ਼ਾਂ ਦਾ ਜੋਖਿਮ ਰਹਿੰਦਾ ਹੈ। ਇੱਕ ਤਾਂ ਹੁੰਦਾ ਕਿ ਮਲਟੀਪਲ ਪ੍ਰੈਗਨੈਂਸੀ ਹੋ ਸਕਦੀ ਹੈ, ਯਾਨੀ ਇੱਕ ਅੱਛਾ ਦੀ ਥਾਂ ਤੇ 2 3 4 ਬੱਚੇ ਹੋ ਸਕਦੇ ਨੇ। ਫਿਰ ਪ੍ਰੀਮੈਚੁਰ ਅੱਛਾ ਬੱਚਾ ਵੀ ਹੋ ਸਕਦਾ ਹੈ। ਇਹ ਵੀ ਹਮ, ਥੋੜੀ ਗੜਬੜ ਰਹਿੰਦੀ ਹੈ, ਕਿਉਂਕਿ ਦੇਖੋ ਕੁਝ ਵੀ ਹੋਏ ਅਸੀਂ ਨੇਚਰ ਤੋਂ ਥੋੜਾ ਜਿਹਾ ਛੇੜਛਾੜ ਕਰ ਰਹੇ ਹਾਂ, ਤੇ ਠੀਕ ਠੀਕ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਬਈ ਇਹ ਧਿਆਨ ਰੱਖਿਆ ਜਾਏ। ਤੇ ਮੈਂਟਲ ਪ੍ਰੋਬਲਮ ਵੀ ਦੋਨੋਂ ਨੂੰ ਹੋ ਜਾਂਦੀ ਹੈ, ਸਪੈਸ਼ਲੀ ਔਮਨ ਨੂੰ, ਅੱਛਾ ਜੇਕਰ ਉਹਨੂੰ ਇਨ ਵਿਟਰੋ ਕੀਤਾ ਜਾਏ ਜਾਂ ਸਰੋਗੇਸੀ ਵਿੱਚ ਕੀਤਾ ਜਾਏ ਤੇ ਪਤਨੀ ਨੂੰ ਲੱਗਦਾ ਹੈ ਵੀ ਤੇਰੇ ਵਿੱਚ ਬਹੁਤ ਕਮੀ ਹੈ। ਇਹ ਦੋਨਾਂ ਵਿੱਚ ਹੁੰਦਾ ਹੈ, ਜੇਕਰ ਉਹਦੇ ਸਪਰਮ ਨਹੀਂ ਹੋਏ ਤਾਂ ਉਹਨੂੰ ਹੋਏਗਾ ਵੀ ਇਹ ਤੇ ਦੂਜੇ ਦੇ ਸਪਰਮ ਦੇ ਹੈਗੇ, ਮੇਰੇ ਤਾਂ ਹੈ ਹੀ ਨਹੀਂ। ਇਹ ਮੈਰਿਟਲ ਸਮੱਸਿਆ ਠੀਕ ਨਹੀਂ, ਠੀਕ ਮੈਰਿਜ ਵਿੱਚ ਵੀ ਸਮੱਸਿਆ ਖੜੀ ਕਰ ਦਿੰਦੇ ਤੇ ਬੜੀ ਸੋਚ ਸਮਝ ਕੇ ਹਾਂ ਕਰਨ ਦੀ ਬਿਲਕੁਲ ਚੀਜ਼ ਹੈਗੀ। ਇਹ ਨਹੀਂ ਹੈ ਬਿਲਕੁਲ ਕਿ ਦੌੜ ਲਈਏ, ਯਾਨੀ ਪੂਰਾ ਬੈਠ ਕੇ ਦੋਨੋਂ ਪਾਰਟਨਰ ਉਸ ਨੂੰ ਡਿਸਕਸ ਕਰਨ, ਘੱਟੋ ਘੱਟ 2 ਮਹੀਨੇ ਲਾਣ ਤੇ ਕਾਉਂਸਲਰ ਠੀਕ ਦੀ ਵੀ ਠੀਕ ਸਲਾਹ ਲੈ ਲੈਣ। ਉਹ ਕਾਉਂਸਲਰ ਬਿਲਕੁਲ ਜਿਹੜਾ ਠੀਕ ਹੈ, ਇੱਕ ਤਾਂ ਕਾਉਂਸਲਰ ਹੋਏਗਾ ਜਿਹੜਾ ਪ੍ਰੈਗਨੈਂਸੀ ਵਾਲਾ, ਇੱਕ ਹੋਏਗਾ ਮਨੋਵਿਗਿਆਨਿਕ। ਇਹ ਦੋਨਾਂ ਦੀ ਬਹੁਤ ਜ਼ਰੂਰੀ ਹੈ ਠੀਕ ਤੇ ਬਹੁਤ ਜ਼ਿਆਦਾ ਘਰ ਵਾਲਿਆਂ ਨੂੰ ਇਹਦੇ ਨਹੀਂ ਲਾਣਾ ਚਾਹੀਦਾ, ਕਿਉਂਕਿ ਉਹਨਾਂ ਦੀ ਹੋਰ ਸੋਚ ਹੁੰਦੀ ਹੈ। ਅਸਲ ਵਿੱਚ ਤੇ ਇਹ ਦੋ ਅੱਛਾ ਠੀਕ ਬੰਦਿਆਂ ਦੀ, ਯਾਨੀ ਇੱਕ ਹਸਬੈਂਡ ਵਾਈਫ ਦੀ ਪ੍ਰੋਬਲਮ ਹੈ, ਐਂਡ ਦੇ ਸ਼ੁਡ ਕੀਪ ਇਟ ਟੂ ਦੈਮਸੈਲਫ।
and they should take ਇਹ the ਬਹੁਤ help ਅੱਛਾ of ਪੁਆਇੰਟ ਹੈ। the doctors, not other people, because like that it becomes a problem for them. ਬੰਦਾ ਯਾਨੀ ਉਹ ਕੁੜੀ ਦੇ ਮਾਂ ਪਿਓ ਹੋਰ ਕੁਝ ਹਸਬੈਂਡ ਦੇ ਹੋਰ ਕੁਝ ਕਹਿੰਦੇ ਨੇ, ਉਹ ਫਸ ਜਾਂਦੇ ਨੇ ਵਿਚਾਰੇ। ਤੇ ਮੈਂ ਇਹੀ ਸਲਾਹ ਦਿਆਂਗਾ ਕਿ ਵੀ ਤੁਸੀਂ ਸਭ ਤੋਂ ਤੇ ਆਪਣਾ ਲਾਈਫ ਸਟਾਈਲ ਜਿਹੜਾ ਹੈ ਉਹਨੂੰ ਨਾਰਮਲ ਕਰੋ ਤੇ ਸਟ੍ਰੈਸ ਨਹੀਂ ਠੀਕ। ਲੈਣਾ। ਸਟ੍ਰੈਸ ਇੱਕ ਕਾਰਨ ਹੈ ਬਹੁਤ ਸਾਰੀ ਬਿਮਾਰੀਆਂ ਵਿੱਚ। ਜੇਕਰ ਇਹ ਹੋ ਜਾਏ ਕਿ ਕਿਉਂ ਨਹੀਂ ਹੋ ਰਿਹਾ ਬੱਚਾ, ਉਸਦੇ ਨਾਲ ਸਿੰਪੈਥੈਟਿਕ ਤੇ ਪੈਰਾਸਿੰਪੈਥਿਕ ਜਿਹੜੇ ਸਿਸਟਮ ਨੇ ਨਾ ਸਾਰੇ, ਜਿਹੜੇ ਹਾਰਮੋਨ ਨੂੰ ਤੇ ਹੋਰ ਚੀਜ਼ਾਂ ਨੂੰ ਕੰਟਰੋਲ ਕਰਦੇ ਨੇ ਬਾਡੀ 'ਚ, ਉਹਨਾਂ ਵਿੱਚ ਗੜਬੜ ਹੋ ਜਾਂਦੀ ਤੇ ਉਸ ਕਰਕੇ ਸਟ੍ਰੈਸ ਕਰਕੇ ਕਈ ਵਾਰੀ ਸਿਰਫ ਸਟ੍ਰੈਸ ਹੁੰਦਾ ਹੈ ਤੇ ਸਟ੍ਰੈਸ ਦਾ ਇਲਾਜ ਕਰਾਈਏ ਜਾਂ ਉਸਦੀ ਕਾਉਂਸਲਿੰਗ ਕਰੀਏ, ਉਸ ਦੇ ਬਾਅਦ ਵੀ ਪ੍ਰੈਗਨੈਂਸੀ ਹੁੰਦੀ ਵੇਖੀ ਗਈ। ਹੋਰ ਦੱਸੋ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਮੈਂ ਤੇ ਇਹੀ ਪੁੱਛਣਾ ਚਾਹਣਾ, ਕਈ ਵਾਰ ਅੱਜ ਦੇ ਯੁੱਗ ਦੇ ਵਿੱਚ ਨਾ ਹਾਂਜੀ। ਇਹ ਸਾਰੀਆਂ ਗੱਲਾਂ ਤੁਹਾਡੀਆਂ ਸੁਣੀਆਂ ਗਈਆਂ, ਕਿਉਂਕਿ ਬੱਚੇ ਆਮ ਹਾਂਜੀ। ਇਨਸਾਨ ਨੂੰ ਔਲਾਦ ਦੀ ਚਾਹਤ ਹੁੰਦੀ ਹੈ, ਔਰ ਹਾਂਜੀ। ਮਰਦ ਚਾਹੁੰਦਾ ਕਿ ਮੈਂ ਬਾਹਰੋਂ ਬੱਚਾ ਪੈਦਾ ਕਰ ਲਵਾਂ ਆਪਣੇ ਸਪਰਮ ਦੇ ਨਾਲ, ਲੇਕਿਨ ਔਰਤ ਜਿਹੜੀ ਆ ਹਾਂਜੀ। ਉਹ ਐਗਰੀ ਨਹੀਂ ਹੁੰਦੀ। ਕੁਦਰਤ ਵੱਲੋਂ ਕਈ ਵਾਰ ਹਾਂਜੀ। ਔਰਤ ਦੇ ਵਿੱਚ ਨੁਕਸ ਹੁੰਦਾ ਜਾਂ ਕਈ ਵਾਰ ਮਰਦ ਦੇ ਵਿੱਚ ਨੁਕਸ ਹੁੰਦਾ, ਔਰ ਬਾਹਰੋਂ ਜਿੱਦਾਂ ਤੁਹਾਨੂੰ ਦੱਸਿਆ ਵੀ ਬਾਹਰੋਂ ਵੀ ਇਹ ਅਰੇਂਜ ਕੀਤਾ ਜਾ ਸਕਦਾ, ਔਰ ਇਹਦਾ ਮਨੋਵਿਗਿਆਨਕ ਹਾਂਜੀ। ਪ੍ਰਭਾਵ ਜਿਹੜਾ ਆ ਖਾਸ ਕਰਕੇ ਬਹੁਤ ਪੈਂਦਾ। ਔਰ ਇਹਦੇ ਵਿੱਚ ਤੁਸੀਂ ਦੱਸਿਆ ਇਸ ਤਰ੍ਹਾਂ ਵੀ ਜ਼ਰੂਰੀ ਹੈ ਵੀ ਮੀਆਂ ਬੀਬੀ ਆਪੋ ਵਿੱਚ ਹੀ ਸਲਾਹ ਕਰਨ, ਜਾਂ ਕਾਉਂਸਲਰ ਨਾਲ ਜਾਂ ਡਾਕਟਰ ਐਕਸਪਰਟ ਨਾਲ ਸਲਾਹ ਕਰਨ, ਦੂਸਰਿਆਂ ਨਾਲ ਸਲਾਹ ਕਰਨ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਇਹਦਾ ਮਤਲਬ ਆਪਾਂ ਇਹਨਾਂ ਗੱਲਾਂ 'ਚ ਡਾਕਟਰ ਸਾਹਿਬ ਇਹ ਨਿਕਲਿਆ ਵੀ ਜਦੋਂ ਸ਼ਾਦੀ ਕਰਨੀ ਹੈ ਮੀਆਂ ਬੀਬੀ ਦੀ, ਜੋ ਬੱਚੇ ਆਪਣੀ ਔਲਾਦ ਦੇ ਕਰਦੇ ਆ, ਬਜਾਏ ਟੇਵੇ ਮਿਲਾਉਣ ਦੇ ਸਾਨੂੰ ਮੈਡੀਕਲੀ ਚੈੱਕਅਪ ਕਰਾ ਲੈਣਾ ਚਾਹੀਦਾ ਕਿ ਨਹੀਂ ਕਰਾ ਲੈਣਾ ਚਾਹੀਦਾ? ਇਹ ਦੱਸੋ ਜਰਾ, ਦੱਸੋ। ਬਹੁਤ ਚੰਗੀ ਸਲਾਹ ਹੈ ਤੁਹਾਡੀ, ਬਹੁਤ ਚੰਗੀ ਸਲਾਹ ਹੈ। ਇਹ ਬਹੁਤ ਜ਼ਰੂਰੀ ਹੁਣ ਤਾਂ ਹੋ ਹੀ ਗਿਆ ਹੈ, ਕਿਉਂਕਿ ਜਦ ਤੋਂ ਸਪੈਸ਼ਲੀ ਜੇ ਏਡਸ ਜਿਸ ਵੇਲੇ ਆਇਆ ਸੀ, ਉਸ ਵੇਲੇ ਇਹ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਮਾਂ ਪਿਓ ਵੀ ਤੇ ਕੁੜੀ ਤੇ ਮੁੰਡਾ ਵੀ ਇਹ ਚਾਹੁੰਦੇ ਸੀ, ਸਪੈਸ਼ਲੀ ਕੁੜੀਆਂ ਇਹ ਕਹਿੰਦੀ ਸੀ ਬਈ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ। ਇਹ ਨਹੀਂ ਨਾ ਕਿ ਜਦ ਮੈਰਿਜ ਦੇ ਬਾਅਦ ਪਤਾ ਲੱਗੇ। ਤੇ ਉਸਦੀ ਤਰ੍ਹਾਂ ਜਿਸ ਤਰ੍ਹਾਂ ਸਪਰਮ ਦੀ ਜਾਂ ਓਵੂਲੇਸ਼ਨ ਦੀ ਜਾਂਚ ਹੋ ਜਾਏ ਤਾਂ ਚੰਗੀ ਗੱਲ ਹੈ। ਅਲੈਕਸਾ ਸਟਾਪ। ਇਹ ਬਹੁਤ ਜ਼ਰੂਰੀ ਹੈ ਕਿ ਬਈ ਇਹ ਕਰੇ। ਦਿਸ ਇਜ਼ ਅ ਵੈਰੀ ਗੁੱਡ ਸਜੈਸ਼ਨ ਵਿਚ ਆਈ ਫੋਰਗੇਟ ਟੂ ਟੈਲ ਯੂ ਕਿ ਬਈ ਇਹ ਮੈਰਿਜ ਤੋਂ ਪਹਿਲਾਂ ਜੇਕਰ ਇਹ ਹੋ ਜਾਏ ਤੇ ਬਹੁਤ ਚੰਗੀ ਗੱਲ। ਮਤਲਬ ਇਹਦੇ ਵਿੱਚ ਸਾਨੂੰ ਜਾਗਰਤੀ ਜਿਹੜੀ ਲੋਕਾਂ 'ਚ ਲਿਆਉਣੀ ਚਾਹੀਦੀ ਆ, ਜਿਹੜੇ ਕਿ ਸ਼ਾਦੀ ਕਰਨ ਦੇ ਚਾਹਵਾਨ ਲੋਕ ਨੇ। ਮੈਂ ਤੁਹਾਨੂੰ ਦੱਸਿਆ ਪਹਿਲੀ ਜਾਗਰਤੀ ਤੇ ਇਹੀ ਹੈ ਕਿ ਇਹ ਸਿਰਫ ਔਰਤ ਕਰਕੇ ਨਹੀਂ ਹੁੰਦਾ, ਵਾਈਫ ਕਰਕੇ, ਇਹ ਹਸਬੈਂਡ ਕਰਕੇ ਵੀ ਹੋ ਸਕਦਾ। ਪਹਿਲੀ ਜਾਗਰਤੀ ਤੇ ਡਾਕਟਰ ਸਾਹਿਬ ਟਾਈਮ ਹੋ ਗਿਆ। ਉਮੀਦ ਕਰਦੇ ਹਾਂ ਸਰੋਤਿਆਂ ਨੂੰ ਔਰ ਆਪਣੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ, ਔਰ ਇਹ ਸਾਇੰਟੀਫਿਕ ਰੀਜ਼ਨ ਜਿਹੜੇ ਡਾਕਟਰ ਸਾਹਿਬ ਨੇ ਦੱਸੇ ਨੇ ਉਹਨਾਂ ਨੂੰ ਫੋਲੋ ਕਰਨਗੇ। ਔਰ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਕਿ ਆਪਾਂ ਚੱਲ ਰਹੇ ਹਾਂ ਲੇਟ ਇਸ਼ੂ ਪੈਦਾ ਕਰਨਾ ਜਾਂ ਸ਼ਾਦੀ ਲੇਟ ਕਰਨਾ, ਇਸ ਚੀਜ਼ ਨੂੰ ਵੀ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਤਾਂ ਕਿ ਅਸੀਂ ਆਉਣ ਵਾਲੇ ਸਮਾਜ ਦੀ ਸਹੀ ਸਿਰਜਣਾ ਕਰ ਸਕੀਏ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਥੈਂਕਸ ਵੈਰੀ ਮਚ। ਓਕੇ। ਤੇ ਜੇ ਕੋਈ ਸ਼ੰਕਾ ਹੋਏ ਤਾਂ ਉਹ ਸਾਨੂੰ ਲਿਖ ਸਕਦੇ ਨੇ ਤੇ ਅਸੀਂ ਉਹਦਾ ਜਵਾਬ ਦੇਵਾਂਗੇ। ਠੀਕ ਹੈ, ਨਮਸਕਾਰ।